ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ। ਗਲਵਾਨ ਘਾਟੀ 'ਚ ਹਿੰਸਕ ਝੜਪਾਂ ਬਾਅਦ ਭਾਰਤ ਚੀਨ ਮਸਲੇ ਨੂੰ ਹੱਲ ਕਰਨ ਲਈ ਲਗਾਤਾਰ ਬੈਠਕਾਂ ਕਰ ਰਹੇ ਨੇ। ਫੌਜ ਦੇ ਕਮਾਂਡਰ ਲੈਵਲ ਦੀਆਂ ਇਹ ਬੈਠਕਾਂ ਹਾਲੇ ਵੀ ਵਿਵਾਦ ਨੂੰ ਸੁਲਝਾਉਣ 'ਚ ਨਾਕਾਮ ਰਹੀਆਂ ਨੇ। ਪਰ ਇਹਨਾਂ ਮੀਟਿੰਗਾਂ ਦੌਰਾਨ ਦੋਵਾਂ ਹੀ ਦੇਸ਼ਾਂ ਨੇ ਕਿਹਾ ਕਿ ਉਹ ਸ਼ਾਂਤੀ ਚਾਹੁੰਦੇ ਨੇ। ਚੀਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਉਹ ਸੀਮਾ ਤੇ ਤਣਾਅ ਘੱਟ ਕਰਨ ਲਈ ਤਿਆਰ ਨੇ। ਪਰ ਸਭ ਪਾਸੇ ਚੀਨ ਦੀ ਕਾਇਰਾਨਾ ਹਰਕਤ ਦੀ ਨਖੇਦੀ ਹੋ ਰਹੀ ਹੈ। ਚੀਨ ਦੇ ਫੌਜੀਆਂ ਨੇ ਭਾਰਤੀ ਖੇਤਰ 'ਚ ਦਾਖਲ ਹੋਣ ਦੇ ਇਰਾਦੇ ਨਾਲ ਪੂਰੀ ਸਾਜ਼ਿਸ਼ ਤਹਿਤ ਕਿੱਲਾਂ ਵਾਲੀਆਂ ਰੋਡਾਂ ਅਤੇ ਉਹਨਾਂ ਉੱਤੇ ਤਾਰ ਨੂੰ ਲਪੇਟ ਕੇ ਭਾਰਤੀ ਜਵਾਨਾਂ ਤੇ ਹਮਲਾ ਕੀਤਾ ਸੀ, ਜਿਸ ਕਾਰਨ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ। ਅਜਿਹੇ 'ਚ ਭਾਰਤੀ ਫੌਜ ਨੇ ਸਾਫ਼ ਕੀਤਾ ਕਿ ਉਹਨਾਂ ਦਾ ਕੋਈ ਵੀ ਜਵਾਨ ਲਾਪਤਾ ਨਹੀਂ ਹੈ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਸ਼ਾਂਤੀ ਲਈ ਦੋਵੇਂ ਦੇਸ਼ ਇੱਕ ਦੂਜੇ ਦੇ ਸੰਪਰਕ ਵਿੱਚ ਨੇ। The two sides are in regular touch through their respective embassies and foreign offices. At the ground level, the two sides have maintained communication at the commanders level. Meetings of other established diplomatic mechanisms, such as Working Mechanism for Consultation and Coordination on Border Affairs, WMCC, are under discussion. While we remain firmly convinced of the need for maintenance of peace and tranquility in the border areas and the resolution of differences through dialogue, at the same time, as Honorable PM stated yesterday, we are also strongly committed to ensuring India's sovereignty and territorial integrity. इधर इस घटना ते देश की सियासत भी गरमाई हुई है। हालांकि खुद प्रधानमंत्री नरेंद्र मोदी ने कहा है कि देश समा पैण ते ढुकवां जवाब देण दे समर्थ है ਅਤੇ ਫੌਜੀਆਂ ਦੀ ਕੁਰਬਾਨੀ ਅਜਾਈ ਨਹੀਂ ਜਾਵੇਗੀ। ਪਰ ਕਾਂਗਰਸ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ। ਰਾਹੁਲ ਗਾਂਧੀ ਨੇ ਪੁੱਛਿਆ ਕਿ ਜਵਾਨਾਂ ਨੂੰ ਬਿਨਾਂ ਹਥਿਆਰਾਂ ਤੋਂ ਖਤਰੇ ਵੱਲ ਕਿਸ ਨੇ ਭੇਜਿਆ। चीन ने हिंदुस्तान के शस्त्रहीन सैनिकों की हत्या करके एक बहुत बड़ा अपराध किया है। मैं पूछना चाहता हूँ, इन वीरों को बिना हथियार खतरे की ओर किसने भेजा और क्यों भेजा? कौन जिम्मेदार है? ਰਾਹੁਲ ਗਾਂਧੀ ਦੇ ਇਸ ਸਵਾਲ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਜਵਾਬ ਦਿੱਤਾ ਹੈ, ਜਿਨ੍ਹਾਂ ਕਿਹਾ ਕਿ ਜਵਾਨ ਡਿਊਟੀ ਦੌਰਾਨ ਹਮੇਸ਼ਾ ਹਥਿਆਰ ਲੈ ਕੇ ਚੱਲਦੇ ਨੇ, ਪਰ ਸਮਝੌਤੇ ਮੁਤਾਬਕ ਇਸਤੇਮਾਲ ਨਹੀਂ ਕੀਤਾ ਜਾਂਦਾ। ਇਸ ਸਾਰੀ ਸਿਆਸਤ ਵਿੱਚ ਸੋਗ 'ਚ ਡੁੱਬੇ ਸ਼ਹੀਦਾਂ ਦੇ ਪਰਿਵਾਰ ਆਪਣੇ ਜਵਾਨ ਪੁੱਤਾਂ ਦਾ ਅੰਤਿਮ ਸੰਸਕਾਰ ਕਰ ਰਹੇ ਨੇ। ਵੀ ਸ਼ਹੀਦਾਂ 'ਚੋਂ 4 ਪੰਜਾਬ ਨਾਲ ਸੰਬੰਧਿਤ ਸਨ। ਇਨ੍ਹਾਂ 4 ਸ਼ਹੀਦਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਮੁਆਵਜ਼ਾ ਤੇ ਨੌਕਰੀ ਦਾ ਐਲਾਨ ਕੀਤਾ ਸੀ। ਨਾਇਬ ਸੂਬੇਦਾਰ ਮਨਦੀਪ ਸਿੰਘ ਜੋ ਪਟਿਆਲਾ ਨਾਲ ਸੰਬੰਧਿਤ ਹੈ, ਨਾਇਬ ਸੂਬੇਦਾਰ ਸਤਨਾਮ ਸਿੰਘ ਜੋ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ, ਸਿਪਾਹੀ ਗੁਰਵਿੰਦਰ ਸਿੰਘ ਸੰਗਰੂਰ ਨਾਲ ਸੰਬੰਧਿਤ ਹੈ ਅਤੇ ਸਿਪਾਹੀ ਗੁਰਤੇਜ ਸਿੰਘ ਜੋ ਮਾਨਸਾ ਨਾਲ ਸੰਬੰਧਿਤ ਹੈ। ਇਧਰ ਦੇਸ਼ ਵਿੱਚ ਚੀਨ ਦੀ ਹਰਕਤ ਖਿਲਾਫ ਗੁੱਸਾ ਹੈ। ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ 'ਚ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ चीन के बॉयकॉट की मांग हुई। जितने भी चाइनीज सामान है हमारे पास कहीं जाने अनजाने में हम लोगों ने खरीद ही रखा है। कुछ ना कुछ सोशल मीडिया के ऐप है, हमने वो डाउनलोड कर रखी थी। हमने एक उसको ऐप को लॉन्च करके उसको सारा वो करा, बहिष्कार करा उसका। आज हम ये सारा सामान तोड़ रहे हैं, जला रहे हैं, उसकी होली करेंगे जलाकर, ताकि लोगों को एक मैसेज जाए कि जैसे हम आम जनता भी कर रही हैं ऐसे सभी लोग करें इस चीज़ का
या चाइना के सामान की जो हमने होली जलाई है वो अपने गुस्से का इजहार किया है। चाइना एक तरफ तो दोस्ती की बात करता है, एक तरफ हमारे 20 जवानों को शहीद कर देता है। हम अपनी ये बात चाइना तक पहुंचाना चाहते हैं कि आर्थिक रूप से जनता कमर तोड़ेगी चाइना की, और सेना हमारी उनके बॉर्डर पर उनकी कमर तोड़ेगी। ये हम मैसेज देना चाहते हैं। ਅਜਿਹੇ ਵਿੱਚ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲੈਂਦਿਆਂ ਚੀਨੀ ਕੰਪਨੀ ਨਾਲ ਠੇਕਾ ਰੱਦ ਕਰ ਦਿੱਤਾ ਹੈ। ਇਹ ਕੰਟਰੈਕਟ ਕਰੀਬ 471 ਕਰੋੜ ਰੁਪਏ ਦਾ ਸੀ। ਪਰ ਇਸ ਸਭ ਦੇ ਬਾਵਜੂਦ ਵਪਾਰ ਪੱਖੋਂ ਦੋਵੇਂ ਦੇਸ਼ ਵੱਡੇ ਭਾਈਵਾਲ ਨੇ। ਸਾਲ 2000 ਦੇ ਵਿੱਚ ਦੋਵਾਂ ਦੇਸ਼ਾਂ 'ਚ 3 ਅਰਬ ਡਾਲਰ ਦਾ ਵਪਾਰ ਹੋਇਆ। ਸਾਲ 2008 ਵਿੱਚ ਇਹ ਵਪਾਰ 51.8 ਅਰਬ ਡਾਲਰ ਤੱਕ ਪਹੁੰਚ ਗਿਆ। ਸਾਲ 2018 ਵਿੱਚ ਇਹ ਵਪਾਰ 95.54 ਅਰਬ ਡਾਲਰ ਤੇ ਪਹੁੰਚਿਆ। ਭਾਰਤ ਚੀਨ ਵਿੱਚ ਹੋਣ ਵਾਲਾ ਵਪਾਰ ਸਾਲ 2019 ਵਿੱਚ 92.7 ਅਰਬ ਡਾਲਰ ਦਾ ਰਿਹਾ। ਇਸ ਵਪਾਰ ਦੇ ਬਾਵਜੂਦ ਸੱਚਾਈ ਇਹ ਹੈ ਕਿ ਦੋਵਾਂ ਦੇਸ਼ਾਂ 'ਚ ਕਦੇ ਵੀ ਸਰਹੱਦੀ ਸਾਂਝ ਨਹੀਂ ਪਈ। ਚੀਨ ਆਪਣੀਆਂ ਹਰਕਤਾਂ ਤੋਂ ਕਦੇ ਬਾਜ਼ ਹੀ ਨਹੀਂ ਆਇਆ, ਜਿਸ ਦਾ ਨਤੀਜਾ ਸੀ ਕਿ 15-16 ਜੂਨ 2020 ਨੂੰ ਉਸਨੇ ਸਾਜ਼ਿਸ਼ ਤਹਿਤ ਭਾਰਤੀ ਖੇਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਭਾਰਤੀ ਰੱਖਿਆ ਮਾਹਿਰ ਮੰਨਦੇ ਨੇ ਕਿ ਚੀਨ ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਖੇਤਰ ਤੇ ਕਬਜ਼ਾ ਕਰਨ ਦੀ ਤਾਕ ਵਿੱਚ ਸੀ। चीन को ये मालूम था कि यदि ये वार्ताएं सफल होती है तो इसका परिणाम चीन पर पड़ेगा। चीन को ये भी अंदाज लग गया था कि भारत ये नहीं मानेगा कि चीन जिस जगह पर है वहाँ पर रहे। भारत की मांग होगी कि वो पीछे जाए, पीछे हटना चाहिए। इसलिए मुझे लगता है कि ये वार्ता का बहाना करते करते चीन की इच्छा थोड़ा और अंदर आने की थी। जहाँ ये कल इंसिडेंट हुआ है, रात को हुआ है। रात को कौन सी वार्ता होती है, कहाँ पर बात करते हैं? रात को 1:30 बजे कोई बात करता है क्या? रात को बात करने का तरीका ही दूसरा होता है। और मुझे लगता है, हो सकता है मैं गलत हूँ, कि चीन की ये कोशिश चल रही थी कि रात के अंधेरे का फ़ायदा लेके वो और भी भारतीय भूमि में आ जाए। और इस बात की जानकारी या इस बात की भनक जब भारतीय सेना को लगी, उनने उनका वहाँ मुकाबला किया। ਇੱਕ ਤੱਥ ਇਹ ਵੀ ਹੈ ਕਿ ਇਸ ਘਟਨਾ ਦੌਰਾਨ ਕੋਈ ਗੋਲੀ ਨਹੀਂ ਚੱਲੀ, ਸਗੋਂ ਝੜਪ ਦੌਰਾਨ ਜਵਾਨ ਸ਼ਹੀਦ ਹੋਏ ਨੇ। कि मेरी सूचना है कि फायरिंग नहीं हुआ है, गोली नहीं चली है, लेकिन फिर भी मौत हुई है। इसका एक ही कारण हो सकता है कि इसका मतलब है कि चाइनीज ट्रूप्स ने राइफल का बट का इस्तेमाल किया है या कोई हैवी मेटल, भारी मेटल का जो कोई औजार है उसको इस्तेमाल किया है माथा पे मारने के लिए, और इसी जिसके फलस्वरूप हमारे कमांडिंग ऑफिसर कर्नल साहब की और 2 जवानों की मौत हुई है। ਗਲਵਾਨ ਵੈਲੀ ਭਾਰਤ ਚੀਨ ਦੀ ਲੱਦਾਖ ਬਾਰਡਰ ਲਾਈਨ ਦਾ ਖੇਤਰ ਹੈ, ਜਿੱਥੇ ਝੜਪ ਹੋਈ ਅਤੇ ਭਾਰਤੀ ਜਵਾਨ ਸ਼ਹੀਦ ਹੋਏ। ਇਸ ਘਟਨਾ ਬਾਅਦ ਬੈਠਕਾਂ ਦਾ ਦੌਰ ਜਾਰੀ ਹੈ। ਭਾਰਤ ਚੀਨ ਨਾਲ ਲੱਗਦੀ ਸਰਹੱਦ ਤੇ ਚੌਕਸੀ ਵਧਾ ਰਹੀ ਹੈ ਤਾਂ ਜੋ ਚੀਨ ਦੀ ਕਿਸੇ ਵੀ ਕਾਇਰਾਨਾ ਹਰਕਤ ਦਾ ਜਵਾਬ ਦਿੱਤਾ ਜਾ ਸਕੇ।